ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਅੱਜ ਦਾ ਸ਼ੋਅ ਬਹੁਤ ਇੰਪੋਰਟੈਂਟ ਹੈ ਉਹ ਸਾਰੇ ਸਟੂਡੈਂਟਸ ਵਾਸਤੇ ਜਿਹੜੇ ਜਾਂ ਤਾਂ ਕੈਨੇਡਾ ਤੋਂ ਰਿਜੈਕਟ ਹੋਏ ਨੇ ਜਾਂ ਫਿਰ ਉਹਨਾਂ ਨੇ ਹਜੇ ਅਪਲਾਈ ਕਰਨਾ। ਕਿਉਂਕਿ ਦੋਸਤੋ ਇੱਕ ਬਹੁਤ ਹੀ ਮੇਜਰ ਪੁਆਇੰਟ ਹੈ, IRCC ਨੇ ਕੁਝ ਗਾਈਡਲਾਈਨਸ ਦਿੱਤੀਆਂ, ਕੁਝ ਅਪਡੇਟਸ ਦਿੱਤੇ ਆਪਣੇ ਵੈਬੀਨਾਰ ਦੇ ਵਿੱਚ ਕਿ ਜਿਹੜੇ ਅਪਲਾਈ ਕਰਨ ਦਾ ਇੱਕ ਤਰੀਕਾ ਦੱਸਿਆ ਉਹਨਾਂ ਨੇ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਉਹ ਦੱਸਿਆ। ਸੋ ਜੇ ਰੀਅਪਲਾਈ ਕਰਨ ਜਾ ਰਹੇ ਹੋ ਤਾਂ ਨੋ ਡਾਊਟ ਤੁਸੀਂ ਚਾਹ ਰਹੇ ਹੋ ਕਿ ਹਰ ਹਾਲ 'ਚ ਵੀਜ਼ਾ ਆਵੇ, ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇ ਨਵਾਂ ਅਪਲਾਈ ਕਰਨ ਜਾ ਰਹੇ ਹੋ ਫਿਰ ਵੀ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖੋ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਰ ਸਾਹਿਬ। ਸਤਿ ਸ਼੍ਰੀ ਅਕਾਲ ਦੀਪੂ ਜੀ, ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ, ਕੰਵਰ ਸਾਹਿਬ ਨੇ IRCC ਦੇ ਸਾਰੇ ਅਪਡੇਟਸ ਸੁਣੇ, ਉਹਨਾਂ ਦੀਆਂ ਗਾਈਡਲਾਈਨਸ ਸੁਣੀਆਂ, ਉਹਨਾਂ ਨੂੰ ਥੋਰੋਲੀ ਸਟੱਡੀ ਕੀਤਾ, ਸਮਝਿਆ। ਸੋ ਕੰਵਰ ਸਾਹਿਬ, ਮੈਂ ਚਾਹੂੰਗਾ ਤੁਸੀਂ ਸਟੂਡੈਂਟਸ ਨੂੰ ਵੀ ਉਹਨਾਂ ਦੀ ਸਿੰਪਲ ਭਾਸ਼ਾ ਦੇ ਵਿੱਚ ਸਮਝਾਓ ਕਿ IRCC ਨੇ ਕੀ ਸੁਨੇਹਾ ਦਿੱਤਾ ਹੈ, ਕਿਹੜੀਆਂ ਚੀਜ਼ਾਂ ਦਾ ਧਿਆਨ ਸਟੂਡੈਂਟ ਰੱਖਣ। ਦੇਖੋ, ਮੇਜਰਲੀ ਜਦੋਂ ਆਪਾਂ ਗੱਲ ਕਰਾਂਗੇ ਕੋਈ ਵੀ ਐਪਲੀਕੇਸ਼ਨ ਜਿਹੜੀ ਹੁਣ ਰੀਅਪਲਾਈ ਹੋਊਗੀ, ਈਵਨ ਸਾਡੇ ਆਫਿਸ 'ਚ ਵੀ ਕਈ ਚੀਜ਼ਾਂ ਜਿਨ੍ਹਾਂ 'ਚੋਂ ਅਸੀਂ ਵੀ ਨਹੀਂ ਸੀ ਸ਼ਾਇਦ ਬਹੁਤ ਕਰਦੇ ਹੁੰਦੇ, ਔਰ ਕੋਈ ਵੀ ਕੰਸਲਟੈਂਟ ਸ਼ਾਇਦ ਬਹੁਤ ਨਹੀਂ ਸੀ ਕਰ ਸਕਦਾ। ਬਹੁਤ ਇੰਪੋਰਟੈਂਟ ਜਿਹੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਦੱਸੀਆਂ ਨੇ, ਬਰੀਕੀ ਨਾਲ ਸਮਝਣ ਵਾਲੀਆਂ ਨੇ। ਸੋ IRCC ਨੇ ਕਿਹਾ ਕਿ ਹੁਣ ਜਦੋਂ ਅਸੀਂ ਫਾਈਲ, ਇੱਕ ਉੱਥੇ ਕੁਐਸਚਨ ਉੱਠਿਆ ਸੀਗਾ ਕਿ ਜਿਹੜਾ ਤੁਸੀਂ ਰਿਫਿਊਜ਼ਲ ਦਿੰਦੇ ਆ ਦੈਟ ਯੂ ਵਿਲ ਨਾਟ ਲੀਵ ਕੈਨੇਡਾ ਐਟ ਐਂਡ ਆਫ ਯੂਰ ਸਟੇ, ਉਹਦਾ ਕੈਲਕੂਲੇਸ਼ਨ ਕੀ ਹੈ, ਉਹਦਾ ਬੇਸ ਕੀ ਹੈ। ਸੋ ਉਹਦੇ ਜਿਹੜੇ ਕੈਲਕੂਲੇਸ਼ਨਸ ਨੇ ਉਹ ਕਾਫੀ ਸਾਰੀਆਂ ਨੇ, ਔਰ ਉਹ ਕੈਲਕੂਲੇਸ਼ਨ ਹੀ ਮੈਂ ਤੁਹਾਨੂੰ ਦੱਸ ਰਿਹਾ ਜਿਹੜੀਆਂ ਉਹਨਾਂ ਨੇ ਕੱਲੀ ਦੱਸੀ ਹੈ। ਅਗਰ ਤੁਸੀਂ ਜਾ ਕੇ ਉਹ ਰਿਕਾਰਡਿੰਗ ਸੁਣੋਗੇ, ਨੈੱਟ 'ਤੇ ਪਈਆਂ ਹੋਈਆਂ ਨੇ, ਤਾਂ ਤੁਹਾਨੂੰ ਵੀ ਉਹਦੇ 'ਚ ਇਹ ਚੀਜ਼ਾਂ ਮਿਲਣਗੀਆਂ। ਬੇਸਿਕਲੀ ਉਹ ਕੀ ਕਹਿੰਦੇ ਆ, ਕਹਿੰਦੇ ਕਿ ਸਭ ਤੋਂ ਜ਼ਰੂਰੀ ਚੀਜ਼ ਹੈ SOP। ਮੈਂਡੇਟਰੀ ਨਹੀਂ ਗੀ ਪਰ ਜ਼ਰੂਰੀ ਹੈਗੀ ਹੈ। ਅਗਰ ਬੱਚੇ ਨੇ ਲਗਾਈ ਹੈ ਤਾਂ ਸਾਨੂੰ ਉਹਦਾ ਕੇਸ ਈਜ਼ੀਲੀ ਸਮਝ ਆਉਂਦਾ ਹੈ, ਨਹੀਂ ਲਗਾਈ ਤਾਂ ਸਾਨੂੰ ਉਹਦਾ ਕੇਸ ਸਮਝਣਾ ਪੈਂਦਾ ਹੈ। ਸੋ ਫਿਰ ਜੋ ਅਸੀਂ ਕਨਕਲੂਡ ਕਰਾਂਗੇ ਉਹ ਉਹਦੇ ਅਕੋਰਡਿੰਗ ਡਿਸੀਜਨ ਦੇਵਾਂਗੇ। ਸੋ ਜੇ ਤੁਸੀਂ ਆਪਣਾ ਪੱਖ ਰੱਖ ਦਿੰਦੇ ਹੋ ਤਾਂ ਫਿਰ ਉਹ ਤੁਹਾਡੇ ਪੱਖ ਤੋਂ ਚੀਜ਼ਾਂ ਨੂੰ ਜਦੋਂ ਪੜ੍ਹਨਗੇ ਤੇ ਉਹਨੂੰ ਸਮਝਣਗੇ ਵੀ, ਤਾਂ ਫਿਰ ਉਹਦੇ ਅਕੋਰਡਿੰਗ ਜਿਹੜਾ ਡਿਸੀਜਨ ਹੈ ਫਲਕਚੁਏਟ ਵੀ ਹੋ ਸਕਦਾ। ਨਾਓ ਇੰਪੋਰਟੈਂਟ ਕੀ ਹੈ, ਹੁਣ ਇਹਦੇ ਵਿੱਚ ਉਹਨਾਂ ਨੇ 3-4 ਚੀਜ਼ਾਂ ਦੱਸੀਆਂ ਨੇ ਜਿਹੜੀਆਂ ਮਤਲਬ ਜ਼ਰੂਰੀ ਨਹੀਂ ਹੈਗਾ ਲਗਾਉਣਾ, ਪਰ ਵੈਸੇ ਬਹੁਤ ਜ਼ਰੂਰੀ ਹੈ। ਅਕੋਰਡਿੰਗ ਟੂ ਚੈੱਕਲਿਸਟ ਜ਼ਰੂਰੀ ਨਹੀਂਗਾ, ਪਰ ਬਹੁਤ ਜ਼ਰੂਰੀ ਹੈ, ਪਰ ਬਹੁਤ ਜ਼ਰੂਰੀ ਹੈ। ਇਹ ਉਹਨਾਂ ਨੇ ਸਟ੍ਰੈਸ ਦਿੱਤਾ, ਇਟਸ ਵੈਰੀ ਇੰਪੋਰਟੈਂਟ, ਇਹ ਉਹਦੇ ਸ਼ਬਦ ਸੀ। ਨਾਓ ਹੁਣ ਇਹਦੇ ਵਿੱਚ 2-4 ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਮੇਜਰਲੀ ਹਾਈਲਾਈਟ ਕੀਤੀਆਂ ਕਿ ਜਿਹੜੀਆਂ ਤੁਹਾਡੀ ਇਸ ਡਿਸੀਜਨ ਨੂੰ ਇੰਪੈਕਟ ਕਰਦੀਆਂ ਨੇ। ਗੈਪ ਇੱਕ ਚੀਜ਼ ਹੈ, ਦੂਸਰੀ ਚੀਜ਼ ਹੈ ਤੁਹਾਡੇ ਇਨਕਮ ਐਂਡ ਫੰਡਸ ਦੇ ਜਿਹੜੇ ਡਾਕੂਮੈਂਟਸ ਤੁਸੀਂ ਨਾਲ ਲਗਾਏ ਆ, ਔਰ ਤੀਸਰੀ ਇੰਪੋਰਟੈਂਟ ਚੀਜ਼ ਜਿਹੜੀ ਮੈਂ ਇੱਥੇ ਲਿਖੀ ਸੀ ਸਰ, ਕੋਰਸ ਪ੍ਰੋਗਰੈਸ਼ਨ। ਹਜੇ ਤੱਕ ਆਪਾਂ ਕੋਰਸ ਮੈਚਿੰਗ ਦੀ ਗੱਲ ਕਰਦੇ ਆ ਰਹੇ ਹਾਂ। ਅਲੱਗ-ਅਲੱਗ ਪਲੇਟਫਾਰਮ ਤੋਂ ਆਪਾਂ ਜਦੋਂ ਵੀ ਕਿਸੇ ਕੰਸਲਟੈਂਟ ਨੂੰ ਸੁਣਦੇ ਆ ਰਹੇ ਹਾਂ ਤਾਂ ਆਪਾਂ ਸਿਰਫ ਕੋਰਸ ਮੈਚਿੰਗ ਸਿਰਫ ਇਹਦੇ ਤੇ ਫੋਕਸ ਦਿੰਦੇ ਹਾਂ। ਉਹਨਾਂ ਨੇ ਕੋਰਸ ਮੈਚਿੰਗ ਤਾਂ ਕਿਹਾ, ਉਹਨਾਂ ਨੇ ਕਿਹਾ ਕੋਰਸ ਸ਼ੁੱਡ ਬੀ ਪ੍ਰੋਗਰੈਸਿਵ ਐਜ਼ ਵੈਲ। ਪ੍ਰੋਗਰੈਸਿਵ ਕੀ ਨਹੀਂ ਸਮਝ ਪਾ ਰਹੇ, ਮੈਂ ਚਾਹੂੰਗਾ ਡਿਟੇਲ 'ਚ ਕੋਰਸ ਪ੍ਰੋਗਰੈਸ਼ਨ ਵੀ ਸਮਝਾਓ। ਬਿਲਕੁਲ, ਕੋਰਸ ਪ੍ਰੋਗਰੈਸ਼ਨ ਕੀ ਹੁੰਦਾ ਹੈ? ਪ੍ਰੋਗਰੈਸ਼ਨ ਹੁੰਦਾ ਹੈ ਕਿ ਜੋ ਤੁਸੀਂ ਪਹਿਲਾਂ ਪੜ੍ਹਾਈ ਉਸ ਫੀਲਡ 'ਚ ਕੀਤੀ ਹੈ, ਉਸੇ ਫੀਲਡ ਦੇ ਵਿੱਚ ਤੁਸੀਂ ਉਸ ਤੋਂ ਪਹਿਲੀ ਵਾਲੀ ਪੜ੍ਹਾਈ ਤੋਂ ਅਗਲੇ ਲੈਵਲ ਦੀ ਪੜ੍ਹਾਈ ਕਰਨ ਚਾਹ ਰਹੇ ਹੋ। ਸੋ ਦੈਟ ਇਜ਼ ਇੰਪੋਰਟੈਂਟ। ਕੁਝ ਵਾਧਾ ਹੋ ਰਿਹਾ, ਤੁਸੀਂ ਉਹਦੇ 'ਚ ਕੁਝ ਗੇਨ ਕਰ ਰਹੇ ਹੋ। ਉਸੇ ਫੀਲਡ 'ਚ ਰਹੇ ਹੋ ਪਰ ਉਹਦੇ 'ਚ ਗੇਨ ਕਰ ਰਹੇ ਹੋ ਤੁਸੀਂ। ਸੋ ਕੀ ਗੇਨ ਕਰ ਰਹੇ ਹੋ, ਕਿੱਦਾਂ ਗੇਨ ਕਰੋਗੇ, ਔਰ ਕੀ ਗੇਨ ਕਰੋਗੇ, ਦੈਟ ਸ਼ੁੱਡ ਬੀ ਦਾ ਪਾਰਟ ਆਫ ਯੂਰ SOP। ਠੀਕ ਹੈ ਜੀ, ਜਸਟ ਕੋਰਸ ਮੈਚਿੰਗ ਆ, that is not enough line, but how this course is progressive, you need to explain that key point in your SOP. Now second ਚੀਜ਼ ਹੈ ਗੈਪ। ਉਹ ਕਹਿੰਦੇ ਕਿ ਨਾਰਮਲੀ ਜਿਹੜੇ ਕੇਸ ਆਉਂਦੇ ਆ, ਉਹਨਾਂ ਨੂੰ ਕਲੀਅਰ ਗਿਆ ਕਿ ਬੱਚਿਆਂ ਨੇ ਆਪਣੀ ਸਟੱਡੀ ਲਾਈ ਹੁੰਦੀ ਹੈ, ਫਿਰ ਕੋਈ ਜੌਬ ਕੀਤੀ ਹੈ, ਉਹ ਗੈਪ ਲਾਇਆ ਹੁੰਦਾ, ਉਸ ਤੋਂ ਬਾਅਦ ਆਪਣਾ ਸਟੱਡੀ ਪਲਾਨ ਦੱਸਿਆ ਹੁੰਦਾ ਜੀ ਮੈਂ ਪੜ੍ਹਨ ਚੱਲਣਾ। ਪਰ ਉਹ ਬੱਚਾ ਸਾਨੂੰ ਨਹੀਂ ਦੱਸਦਾ ਕਿ ਭਾਈ ਤੂੰ ਪੜ੍ਹ ਕੇ ਫਿਰ ਤੂੰ ਜੌਬ ਕਰਕੇ ਤੇ ਦੁਬਾਰਾ ਪੜ੍ਹਨ ਕਿਉਂ ਚੱਲਣਾ, ਵਾਈ ਯੂ ਆਰ ਗੋਇੰਗ ਬੈਕ ਟੂ ਸਟੱਡੀਜ਼। ਉਹ ਐਕਸਪਲੇਨ ਕੋਈ ਨਹੀਂ ਕਰਦਾ। ਸਾਰੇ ਕੀ ਐਕਸਪਲੇਨ ਕਰਦੇ ਨੇ, ਮੈਂ ਗ੍ਰੈਜੂਏਸ਼ਨ ਮੰਨ ਲਓ IT 'ਚ ਕੀਤੀ, ਉਸ ਤੋਂ ਬਾਅਦ ਮੈਂ ਸੌਫਟਵੇਅਰ ਇੰਜੀਨੀਅਰ 3 ਸਾਲ ਕੰਮ ਕੀਤਾ, ਉਸ ਤੋਂ ਬਾਅਦ ਮੈਂ PG ਡਿਪਲੋਮਾ ਕਰਨਾ ਚਾਹੁੰਦਾ। ਉਹ ਕਹਿੰਦੇ ਵੀ 3 ਸਾਲ ਕੰਮ ਕਰਨ ਤੋਂ ਬਾਅਦ ਤੈਨੂੰ PG ਡਿਪਲੋਮਾ ਦੀ ਕੀ ਲੋੜ ਪਈ ਹੈ, ਦੱਸ। 3 ਸਾਲ ਦੇ ਐਕਸਪੀਰੀਅੰਸ 'ਚ ਕਿਹੜੀ ਚੀਜ਼ ਰਹਿ ਗਈ ਜਿਹੜੀ ਤੈਨੂੰ PG ਡਿਪਲੋਮਾ 'ਚ ਜਾ ਕੇ ਆਊਗੀ ਲੇਕਿਨ ਉੱਦਾਂ ਨਹੀਂ ਆ ਸਕੀ।
ਜਾਂ ਹੋਰ 1-2 ਸਾਲ ਉਸੇ ਚਲਾ ਕੇ ਨਹੀਂ ਆ ਸਕਦੀ। ਸੋ ਯੂ ਨੀਡ ਟੂ ਟੈਲ that why you are going back to studies। ਗੈਪ ਫਿਲ ਕਰਨਾ ਅਲੱਗ ਗੱਲ ਹੈ ਔਰ ਉਹਨਾਂ ਨੂੰ ਆ ਸੈਟੀਸਫਾਈਡ ਕਰਨਾ ਕਿ ਮੈਂ ਗੈਪ ਤੋਂ ਬਾਅਦ ਜਾਂ ਆਪਣੀ ਉਹ ਜੌਬ ਕਰਨ ਤੋਂ ਬਾਅਦ ਮੈਂ ਦੁਬਾਰਾ ਪੜ੍ਹਨ ਕਿਉਂ ਜਾ ਰਿਹਾ ਉਹ ਦੱਸਣਾ। ਠੀਕ ਹੈ ਜੀ, ਉਹਨਾਂ ਲਈ ਉਹ ਕਨਕਲੂਡ ਕਰਨਾ ਬਹੁਤ ਜ਼ਰੂਰੀ ਹੈ। ਥਰਡ ਇੰਪੋਰਟੈਂਟ ਚੀਜ਼ ਜਿਹੜੀ ਮੈਂ ਦੱਸੀ ਸੀ ਉਹ ਸੀਗੀ ਇਨਕਮ ਐਂਡ ਫੰਡਸ। ਉਹ ਹੁਣ ਕੋਵਿਡ ਦੇ ਵਿੱਚ ਆ ਚੀਜ਼ ਰਾਈਜ਼ ਹੋਈ, ਪਹਿਲਾਂ ਕਦੀ ਉਨੀ ਜ਼ਿਆਦਾ ਰਾਈਜ਼ ਨਹੀਂ ਸੀ ਹੁੰਦੀ, ਪਰ ਦੇ ਹਾਈਲਾਈਟਡ ਕਿ ਅਗਰ ਤੁਹਾਡੇ ਕੋਰਸ ਦੀ ਲੈਂਥ 1 ਸਾਲ ਤੋਂ ਜ਼ਿਆਦਾ ਹੋ ਗਈ ਹੈ, ਨਾਰਮਲੀ ਜਿਹੜਾ ਪੀਜੀ ਡਿਪਲੋਮਾ ਵਾਲਾ ਬੱਚਾ ਉਹ 1 ਸਾਲ ਲਈ ਜਾਂਦਾ, ਜਿਹੜਾ ਗ੍ਰੈਜੂਏਟ ਹੈ ਜਾਂ +2 ਹੈ ਜਾਂ ਮਾਸਟਰਸ ਲਈ ਜਾ ਰਹੇ ਹੋ 2 ਸਾਲ ਜਾਂ 3 ਸਾਲ ਲਈ ਜਾਂਦਾ। ਹੁਣ ਉਹ ਕਹਿੰਦੇ ਕਿ ਜਿਹੜੀ ਤੁਹਾਡੀ ਕਾਸਟ ਉੱਥੇ ਆਉਣੀ ਹੈ ਪੜ੍ਹਨ ਦੀ, ਉਹਦੀ ਜਸਟੀਫਿਕੇਸ਼ਨ ਤੁਸੀਂ ਸਾਨੂੰ ਦਿਓ। ਸੋ ਉਸ ਜਸਟੀਫਿਕੇਸ਼ਨ 'ਚ ਇੱਕ ਚੀਜ਼ ਆਪਾਂ ਸਮਝਦੇ ਹਾਂ ਕਿ ਅਗਰ 1 ਸਾਲ ਦਾ ਕੋਰਸ ਹੈ ਤਾਂ ਆਪਾਂ GIC ਦੇ ਦਿੱਤੀ ਹੈ, 1 ਸਾਲ ਦੀ ਫੀਸ ਦੇ ਦਿੱਤੀ ਹੈ, ਨਾਲ ਆਪਾਂ 5-7 ਲੱਖ ਇਨਕਮ ਦਿਖਾਤੀ ਹੈ ਤੇ ਇਨਫ ਹੈ, ਕਿਉਂਕਿ ਪੜ੍ਹਾਈ 1 ਸਾਲ ਦੀ ਸੀ। ਬਟ ਜੇ ਮੇਰੀ ਪੜ੍ਹਾਈ 2 ਸਾਲ ਦੀ ਹੈ, ਮੇਰੀ ਪੜ੍ਹਾਈ 3 ਸਾਲ ਦੀ ਹੈ, ਤਾਂ ਉਹ ਕਹਿੰਦੇ ਕਿ ਜਿਹੜੀ ਸਬਸੀਕੁਐਂਟ ਕਾਸਟ ਨਿਕਲ ਕੇ ਆਉਣੀ ਹੈ ਅੱਗੇ ਜਾ ਕੇ, ਉਹ ਕਾਸਟ ਨੂੰ ਤੁਸੀਂ ਕਿੱਦਾਂ ਜਸਟੀਫਾਈ ਕਰੋਗੇ, ਉਹਦਾ ਸਾਨੂੰ ਇੱਕ ਜਿਹੜਾ ਸਟਰੋਂਗ ਐਵੀਡੈਂਸ ਦਿਓ। ਉਹ ਐਵੀਡੈਂਸ ਸੇਵਿੰਗ ਦੇ ਰੂਪ 'ਚ ਵੀ ਹੋ ਸਕਦਾ ਹੈ, ਉਹ ਇੱਕ ਐਕਸਪੈਕਟਡ ਇਨਕਮ ਦੇ ਰੂਪ 'ਚ ਵੀ ਹੋ ਸਕਦਾ ਹੈ। ਸੋ ਮਤਲਬ ਇਨਕਮ ਔਰ ਫੰਡ ਦੋਨੋਂ ਜਾਂ ਦੋਨਾਂ 'ਚੋਂ ਕੋਈ ਇੱਕ ਲਗਾਉਣਾ ਜ਼ਰੂਰੀ ਹੈ, ਔਰ ਇਨਕਮ ਕੱਲੀ ਨਾਲ ਉੱਥੇ ਗੁਜ਼ਾਰਾ ਹੋਊਗਾ ਜਿੱਥੇ ਇਨਕਮ ਬਹੁਤ ਸਟਰੋਂਗ ਹੋਊਗੀ। ਸੋ ਮਤਲਬ 5-7 ਲੱਖ ਵਾਲੀ ਨਾ ਲਾ ਕੇ ਉਹ ਇਨਕਮ ਨੂੰ, ਫੈਮਿਲੀ ਇਨਕਮ ਨੂੰ ਇੱਕ ਅੱਛੇ ਲੈਵਲ ਤੇ ਲਿਜਾਇਆ ਜਾਵੇ, ਜਿਹਦੇ 'ਚੋਂ ਘੱਟੋ ਘੱਟ ਤੁਹਾਡੇ ਅਗਲੇ ਸਾਲ ਦੀ ਫੀਸ ਜਸਟੀਫਾਈ ਹੁੰਦੀ ਹੋਵੇ, ਤੁਹਾਡੀ ਅਗਲੇ ਸਾਲ ਦੀ ਫੀਸ ਆਰਾਮ ਨਾਲ ਨਿਕਲਦੀ ਹੋਵੇ, ਉਸ ਤੋਂ ਬਾਅਦ ਵੀ ਫੈਮਿਲੀ ਨੂੰ ਕੁਛ ਨਾ ਕੁਛ ਬਚਦਾ ਹੋਵੇ, ਦੈਨ ਯੂ ਕੈਨ ਫੀਲ ਮੋਰ ਸੇਫਰ ਔਨ ਦਿਸ ਸਾਈਡ। ਸੋ 3 ਮੇਜਰ ਪੁਆਇੰਟ ਹੈ ਜਿਹੜੇ ਤੁਸੀਂ ਹੁਣ ਰੀਅਪਲਾਈ ਕਰਨ ਲੱਗਿਆਂ ਦੇਖਣੇ ਆ, ਸਮਝਣੇ ਆ, ਔਰ ਇਹਦੀ ਡਿਟੇਲ ਸਮਝਣੀ ਹੈ ਤਾਂ ਬ੍ਰੌਡਵੇ ਦਾ ਚੈਨਲ ਹੈ ਬ੍ਰੌਡਵੇ ਸਟੱਡੀ ਟਿਪ, ਉੱਥੇ ਮੈਂ 4 ਸ਼ੋਅ ਹੈ ਬਣਾਏ ਸੀਗੇ IRCC ਅਪਡੇਟ ਦੇ, ਉਹਨਾਂ 4 ਸ਼ੋਅਸ ਨੂੰ ਦੇਖ ਲਓ ਤਾਂ ਤੁਹਾਨੂੰ ਪੂਰੀ ਡਿਟੇਲ ਮਿਲ ਜਾਏਗੀ। ਸੋ ਦੋਸਤੋ, ਬੜੇ ਹੀ ਇੰਪੋਰਟੈਂਟ ਐਸਪੈਕਟ ਨੇ ਜਿਹੜੇ ਅੱਜ ਡਿਸਕਸ ਕੀਤੇ ਗਏ ਨੇ ਦੋਨੋਂ ਕੈਟਾਗਰੀ ਦੇ ਸਟੂਡੈਂਟਸ ਵਾਸਤੇ, ਜਿਨ੍ਹਾਂ ਨੇ ਰੀਅਪਲਾਈ ਕਰਨਾ ਹੈ ਤੇ ਜਿਨ੍ਹਾਂ ਨੇ ਅਪਲਾਈ ਕਰਨਾ ਹੈ। ਉਮੀਦ ਹੈ ਕਿ ਬਹੁਤ ਸਿੰਪਲ ਸ਼ਬਦਾਂ ਵਿੱਚ ਸਮਝਾਏ ਗਏ ਸਾਰੀਆਂ ਚੀਜ਼ਾਂ ਤੁਹਾਨੂੰ ਸਮਝ ਲੱਗੀਆਂ ਹੋਣਗੀਆਂ। ਜੇ ਤੁਹਾਡੇ ਕੋਈ ਸਵਾਲ ਨੇ ਤੁਸੀਂ ਕਮੈਂਟ ਦੇ ਵਿੱਚ ਪਾ ਸਕਦੇ ਹੋ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਜੋ ਵੈਲਿਊਏਬਲ, ਜੋ ਕੁਆਲਿਟੀ ਇਨਫੋਰਮੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ। ਥੈਂਕ ਯੂ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।